ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ, ਆਪਾਂ ਸਿੱਖ ਸਮਾਜ ਦੇ ਨਾਲ ਜੁੜੀਆਂ ਹੋਈਆਂ ਹਰ ਇੱਕ ਜਿਹੜੀ ਗੱਲਬਾਤਾਂ ਆਪ ਜੀ ਤੱਕ ਸਾਂਝੀ ਕਰਦੇ ਹਾਂ, ਕਿਉਂਕਿ ਹੋਂਦ ਚੈਨਲ ਦਾ ਜਿਹੜਾ ਜਿੰਨੇ ਵੀ ਪਰਿਵਾਰ ਜੁੜੇ ਹੋਏ ਹਨ, ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਹਰ ਇੱਕ ਚੀਜ਼ ਤੋਂ ਅਪਡੇਟ ਕਰਵਾ ਕੇ ਰੱਖੀਏ ਜਿਹੜੇ ਵੀ ਸਾਡੇ ਸਮਾਜ ਦੇ ਵਿੱਚ ਵਿਚਰਦੇ ਹਨ। ਤੇ ਕਈ ਵਾਰੀ ਆਪ ਜੀ ਸਾਰੇ ਜਾਣਦੇ ਹੋ ਕਿ ਜੋ ਕਿ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਸਮੇਂ ਤੋਂ ਬਣੇ ਹੋਏ ਹਨ। ਮੈਂ ਗੱਲ ਕਰ ਰਿਹਾ ਸਿੱਖ ਸਮਾਜ ਦੇ ਨਾਲ ਜੁੜੀਆਂ ਹੋਈਆਂ ਕੁਝ ਐਸੀਆਂ ਗੱਲਾਂ ਜਿਸ ਦੇ ਉੱਤੇ ਹਰ ਇੱਕ ਸਿੱਖ ਸ਼ਖਸ ਦੀ ਜਿਹੜੀ ਹੈ ਉਹ ਨਜ਼ਰ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਜਿੰਨੀ ਵੀ ਵਸਦੀ ਹੈ ਦੂਰ ਪਾਰ ਦੀ, ਉਨ ਸਾਰੇ ਦੀ ਨਜ਼ਰ ਬਣੀ ਹੋਈ ਹੈ ਕਿ ਕੀ ਹਾਲਾਤ ਬਣਨਗੇ। ਜੋ ਮੰਗਾਂ ਕਾਫੀ ਦੇਰ ਤੋਂ ਪੈਂਡਿੰਗ ਸਨ, ਅਲੱਗ-ਅਲੱਗ ਧਿਰਾਂ ਦੇ ਵੱਲੋਂ ਜਿਹੜੇ ਮੈਮੋਰੈਂਡਮ ਸਬਮਿਟ ਕੀਤੇ ਜਾਂਦੇ ਹਨ, ਕੀ ਕੁਝ ਬਣਦਾ ਜਾਂਦਾ ਹੈ ਤੇ ਕੁਝ ਵੀ ਨਿਕਲ ਕੇ ਉਹਦਾ ਅੱਜ ਤੱਕ ਸਾਹਮਣੇ ਨਹੀਂ ਆਇਆ। ਤੇ ਅੱਜ ਜਿਹੜੇ ਸਾਡੇ ਨਾਮੀ ਚਿਹਰੇ ਹਨ, ਜਿਹੜੇ ਇਸ ਵੇਲੇ ਮੇਰੇ ਨਾਲ ਬੈਠੇ ਹਨ, ਸਭ ਤੋਂ ਪਹਿਲਾਂ ਤੇ ਆਪ ਨੂੰ ਜਿਹਨੂੰ ਜੀ ਆਇਆਂ ਨੂੰ ਕਰਦਾ। ਸਰਦਾਰ ਤਰਨਜੀਤ ਸਿੰਘ ਜੀ ਜਿਹੜੇ ਟੋਨੀ ਹੈਗੇ ਨੇ, ਇੱਕ ਨਾਮੀ ਚਿਹਰਾ ਸਾਡੇ ਜੰਮੂ ਪ੍ਰੋਵਿੰਸ ਦੇ, ਆਪ ਜੀ ਸਾਰੇ ਜਾਣਦੇ ਹੋ। ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲੇ ਕੁਝ ਗੱਲਾਂ ਆਪ ਜੀ ਦਾ ਸਾਂਝੀਆਂ ਕਰਨੀਆਂ ਹੈਗੀਆਂ ਨੇ, ਕਿਉਂਕਿ ਆਪ ਜੀ ਸਾਰੇ ਜਾਣਦੇ ਹੋ ਕਿ ਹੋਰ ਡਿਜੀਟਲ ਮੀਡੀਆ ਜਿਹੜਾ ਸਾਡਾ ਆਪਣਾ ਪਰਿਵਾਰ ਹੈ, ਸਾਡਾ ਜਿਹੜਾ ਆਪਣਾ ਚੈਨਲ ਹੈਗਾ, ਇਸ ਦੇ ਵੀ ਕੁਝ ਪ੍ਰੋਟੋਕਾਲਸ ਹੈਗੇ ਨੇ, ਜਿੱਦਾਂ ਕਿ ਆਪਾਂ ਕਦੇ ਵੀ ਕੋਈ ਜਿੰਨੇ ਵੀ ਸਾਡੇ ਗਵਰਨਮੈਂਟ ਤੋਂ ਰਿਲੇਟਡ ਚੀਜ਼ਾਂ ਹੁੰਦੀਆਂ ਹੈਗੀਆਂ ਨੇ, ਪੋਲੀਟੀਕਲ ਪਾਰਟੀਜ਼ ਤੋਂ ਜਿਹੜੀ ਰਿਲੇਟਡ ਚੀਜ਼ਾਂ ਹੁੰਦੀਆਂ ਹੈਗੀਆਂ ਨੇ, ਆਪਾਂ ਉਹ ਚੀਜ਼ਾਂ ਨੂੰ ਕਵਰ ਅਪ ਨਹੀਂ ਕਰਦੇ ਹੈਗੇ। ਲੇਕਿਨ ਜਿੱਦਾਂ ਕਿ ਕੁਝ ਹਾਲਾਤ ਬਣੇ ਹੋਏ ਸਾਡੇ ਜੰਮੂ ਕਸ਼ਮੀਰ ਦੇ, ਆਪਾਂ ਉਨ ਮੰਗਾਂ ਦੇ ਵਿੱਚੋਂ ਇੱਕ ਮੰਗ ਇਹ ਵੀ ਹੈਗੀ ਹੈ ਕਿ ਸਾਡੀ ਜਿਹੜੀ ਸਿੱਖ ਚਿਹਰੇ ਹੈਗੇ ਨੇ, ਜਾਂ ਕਿਸੇ ਹੋਰ ਪਾਰਟੀਜ਼ ਨੂੰ, ਕਿਸੇ ਹੋਰ ਸਪੈਸ਼ਲ ਜਿਹੜੇ ਰਿਲੀਜਨਸ ਹੈਗੇ ਨੇ, ਰਿਜ਼ਰਵ ਕੀਤੀਆਂ ਗਈਆਂ ਹੈਗੀਆਂ ਨੇ ਸੀਟਾਂ, ਸਾਡੇ ਸਿੱਖ ਕੌਮ ਨਾਲ ਵੀ ਜਸਟੀਫਾਈ ਹੋਣਾ ਚਾਹੀਦਾ ਹੈ। ਉਹਨਾਂ ਲਈ ਜਸਟਿਸ ਹੋਣਾ ਚਾਹੀਦਾ ਸਾਡੇ ਸਿੱਖ ਕੌਮ ਦੇ ਲਈ ਵੀ, ਕਿ ਸਾਡੀ ਵੀ ਜਿਹੜੀ ਸੀਟਾਂ ਰਿਜ਼ਰਵ ਹੋਣ। ਤੇ ਜਦੋਂ ਕੋਈ ਨਾਮੀ ਚਿਹਰਾ ਸਿੱਖ ਚਿਹਰਾ ਅੱਗੇ ਆਉਂਦਾ ਤੇ ਸਾਡਾ ਵੀ ਫਰਜ਼ ਬਣਦਾ ਹੈ ਆਪ ਜੀ ਤੱਕ ਰੂਬਰੂ ਕਰਵਾਈਏ। ਕਿਉਂਕਿ ਜਦੋਂ ਦਿੱਲੀ ਦਾ ਦੌਰਾ ਕਰਕੇ ਵਾਪਿਸ ਆਏ ਹੈਗੇ ਨੇ ਤੇ ਸਾਡੇ ਤੱਕ ਕਾਫੀਆਂ ਕਾਲਸ ਆਈਆਂ ਕਿ ਆਪ ਜੀ ਨੂੰ ਇਹਨਾਂ ਨੂੰ ਵੀ ਕਵਰ ਅਪ ਕਰਨਾ ਚਾਹੀਦਾ, ਕਿਉਂਕਿ ਸਾਨੂੰ ਬਹੁਤ ਉਮੀਦ ਹੈ ਇਹਨਾਂ ਤੋਂ। ਤਾਂ ਮੈਂ ਆਪ ਜੀ ਨੂੰ ਸਭ ਤੋਂ ਪਹਿਲਾਂ ਵੈਲਕਮ ਕਰਦਾ ਔਰ ਤੁਹਾਨੂੰ ਵਧਾਈਆਂ ਵੀ ਦੇਣਾ ਕਿ ਆਪ ਜੀ ਨੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਬਹੁਤ ਸ਼ੁਕਰੀਆ। ਜਿੱਦਾਂ ਮੈਂ ਗੱਲਬਾਤ ਸਟਾਰਟ ਕੀਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਸਾਡੇ ਸਿੱਖਾਂ ਦੀ ਡਿਮਾਂਡਸ ਨੂੰ ਲੈ ਕੇ, ਆਪਾਂ ਪ੍ਰੇਜ਼ ਨਹੀਂ ਹੈ, ਸਭ ਨੂੰ ਪਤਾ ਉਨ ਚੀਜ਼ਾਂ ਨੂੰ। ਸਾਡੀ ਪੰਜਾਬੀ ਭਾਸ਼ਾ ਹੋ ਗਈ, ਹੋਰ ਵੀ ਕਾਫੀ ਡਿਸਕ੍ਰਿਮੀਨੇਸ਼ਨ ਜਿਹੜੀਆਂ ਹਜੇ ਹੋ ਰਹੀਆਂ। ਸਭ ਤੋਂ ਪਹਿਲੇ ਇੱਥੋਂ ਹੀ ਗੱਲਬਾਤ ਸਟਾਰਟ ਕਰਦੇ ਹਾਂ ਕਿ ਜਿਹੜਾ ਆਪਣਾ ਤੁਸੀਂ ਨਵਾਂ ਸੈਟਅਪ ਕੀਤਾ, ਜਿਹੜਾ ਸਫ਼ਰ ਸਟਾਰਟ ਕੀਤਾ ਤੁਸੀਂ ਇੱਕ ਨੈਸ਼ਨਲ ਪਾਰਟੀ ਦੇ ਨਾਲ, ਕੀ ਵੇਖਦੇ ਹੋ? ਇਸ ਤਰ੍ਹਾਂ ਹੈ ਕਿ ਦੇਖੋ, ਮੈਂ ਬੜੇ ਸਪਸ਼ਟ ਔਰ ਸਟ੍ਰੇਟ ਗੱਲ ਕਰਨ ਦਾ ਆਦੀ ਹਾਂ। ਮੈਂ ਨੈਸ਼ਨਲ ਕਾਨਫਰੰਸ 'ਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਪਹਿਲੇ ਮੈਂ ਜੰਮੂ ਯੂਨੀਵਰਸਿਟੀ ਪ੍ਰੈਜ਼ੀਡੈਂਟ ਰਿਹਾ ਕੁਝ 10 ਸਾਲ, ਸਟੂਡੈਂਟ ਲਾਈਫ ਤੋਂ ਲੀਡਰਸ਼ਿਪ ਦੇ ਵਿੱਚ ਚਲਾ ਗਿਆ ਔਰ ਨੁਮਾਇੰਦਗੀ ਸਟੂਡੈਂਟਸ ਦੀ ਕੀਤੀ, ਯੁਵਾ ਦੀ ਕੀਤੀ। ਫਿਰ ਉਸ ਦੇ ਬਾਅਦ ਅਸੀਂ ਐਂਟੀ ਡੋਰੀ ਐਂਟੀ ਡਰੱਗ ਸੈੱਲ ਦੇ ਉੱਤੇ ਅਸੀਂ ਬੜਾ ਕੰਮ ਕੀਤਾ। ਫਿਰ ਉਸ ਦੇ ਬਾਅਦ ਅਸੀਂ ਸਿਆਸੀ ਸਫ਼ਰ ਨੈਸ਼ਨਲ ਕਾਨਫਰੰਸ ਨਾਲ ਸ਼ੁਰੂ ਕੀਤਾ ਔਰ ਉਹ ਮੈਂ 2016 ਦੇ ਵਿੱਚ ਉੱਥੋਂ ਮੈਂ ਛੱਡਿਆ ਸਫ਼ਰ ਤੇ ਫਿਰ ਮੈਂ ਇੰਡੀਪੈਂਡੈਂਟ ਸਿਆਸਤ ਸ਼ੁਰੂ ਕੀਤੀ ਔਰ ਇੰਡੀਪੈਂਡੈਂਟ ਹੀ ਚੁਣਾਵ ਲੜਿਆ DDC ਦਾ, ਔਰ ਉਸ ਗੁਰੂ ਰਾਮਦਾਸ ਦੀ ਕਿਰਪਾ ਨਾਲ ਮੈਂ ਜਿੱਤਿਆ। ਉਸ ਅਕਾਲ ਪੁਰਖ ਦੀ ਮਿਹਰ ਹੋ ਗਈ ਇਸ ਨਿਮਾਣੇ ਤੇ ਅਸੀਂ ਉਹ ਜਿੱਤ ਪ੍ਰਾਪਤ ਕੀਤੀ। ਔਰ ਬਸ ਉਸ ਦੇ ਬਾਅਦ ਕਾਫੀ ਅਰਸਾ ਚੱਲਣ ਦੇ ਬਾਅਦ ਅਸੀਂ ਕਾਫੀ ਪ੍ਰਭਾਵਿਤ ਹੋਏ ਕੇਜਰੀਵਾਲ ਦੀ ਸ਼ਖਸੀਅਤ ਤੋਂ ਤੇ ਉਹਦੇ ਕੰਮਕਾਜ ਦੇ ਤਰੀਕੇ ਤੋਂ, ਔਰ ਅਸੀਂ ਆਮ ਆਦਮੀ ਪਾਰਟੀ ਦਾ ਦਾਮਨ ਥਾਂਭਿਆ। ਔਰ ਸ਼ੁਰੂ 'ਚ ਇੱਕ ਆਮ ਆਦਮੀ ਪਾਰਟੀ ਦਾ ਬੜਾ ਉਛਾਲ ਵੀ ਆਇਆ ਜੰਮੂ ਕਸ਼ਮੀਰ 'ਚ, ਤੁਸੀਂ ਦੇਖਿਆ ਪੰਜਾਬ ਨੂੰ ਜਿੱਤਣ ਦੇ ਬਾਅਦ। ਔਰ ਉਸ ਕੰਮਕਾਜ ਦੀ ਪ੍ਰਣਾਲੀ ਨੂੰ ਦੇਖ ਕੇ, ਸਾਰਾ ਕੁਝ ਦੇਖ ਕੇ ਅਸੀਂ ਗਏ ਵੀ, ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸ਼ਾਇਦ ਉਸ ਕੇਜਰੀਵਾਲ ਜੀ ਤੱਕ ਇਹ ਗੱਲ ਪਹੁੰਚੇ ਜਾਂ ਨਾ ਪਹੁੰਚੇ, ਲੇਕਿਨ ਜਿਹੜੇ ਵੀ ਪ੍ਰਭਾਰੀ ਬਣੇ, 2-4 ਨਾਮ ਛੱਡ ਗਏ। ਮਤਲਬ ਇੱਕ ਪ੍ਰਦੀਪ ਮਿੱਤਲ ਜੀ ਸੀ, ਮਨੀਸ਼ ਸਿਨਹਾ ਸੀ, ਤੇ ਥੋੜਾ ਬਹੁਤ ਕੰਮ ਉਸਨੇ ਗੌਰਵ ਸ਼ਰਮਾ ਆਇਆ। ਬਾਕੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਜਸਟੀਫਾਈ ਕੀਤਾ। ਸਾਰਿਆਂ ਨੇ ਕੋਈ ਆਪਣਾ ਮਤਲਬ ਅਹੁਦੇਦਾਰੀ ਲੈ ਲਈ, ਲੇਕਿਨ ਜਸਟੀਫਿਕੇਸ਼ਨ ਨਹੀਂ ਕੀਤੀ। ਐਕਸਟੈਂਸ਼ਨ ਪ੍ਰੋਗਰਾਮ ਨੂੰ ਅੱਗੇ ਨਹੀਂ ਲੈ ਕੇ ਗਏ। ਪਿਛਲੇ 8-10 ਮਹੀਨਿਆਂ ਤੋਂ ਆਫਿਸ ਬੰਦ ਪਿਆ ਹੈ। ਫਿਰ ਅੱਗੇ ਅਸੀਂ, ਹੁਣ ਮੈਂ ਬੜਾ ਸਪਸ਼ਟ ਕਹਾਂ ਕਿ ਅਸੀਂ ਤਾਂ ਬਈ ਸਿਆਸੀ ਹਾਂ, ਸੰਨਿਆਸੀ ਨਹੀਂ ਹੈ। ਮੈਂ ਦੇਖਿਆ ਕਿ ਬਈ ਇੱਥੇ ਕੋਈ ਕਾਫੀ ਦੇਰ ਮੇਰੇ ਵਰਕਰ ਕਹਿਣ ਲੱਗ ਪਏ, ਜਨਾਬ ਕੁਛ ਸੋਚੋ ਕੁਛ ਸੋਚੋ। ਇੱਥੇ ਤੇ ਅਸੀਂ ਹੁਣ ਦਫ਼ਤਰ ਹੀ ਬੰਦ ਹੋ ਗਿਆ, ਐਕਟੀਵਿਟੀਜ਼ ਠੱਪ ਹੋ ਗਈਆਂ ਨੇ। ਫਿਰ ਕਾਫੀ ਵਿਚਾਰ ਵਿਮਰਸ਼ ਦੇ ਬਾਅਦ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜੇ ਇਸ ਵੇਲੇ ਦੇ ਪ੍ਰਧਾਨ ਨੇ
ਕਾਂਗਰਸ ਦੇ ਵਿਕਾਰ ਰਸੂਲ ਸਾਹਿਬ, ਉਹਨਾਂ ਨੇ ਕਾਫੀ ਸਾਨੂੰ ਪ੍ਰੋਤਸਾਹਿਤ ਕੀਤਾ। ਜਿਹੜੀ ਪ੍ਰਭਾਰੀ ਹੈ ਮੇਰੇ ਵੱਡੇ ਭੈਣ ਦੀ ਤਰ੍ਹਾਂ ਹੈ ਰਜਨੀ ਪਾਟਿਲ ਜੀ, ਉਹ ਮੈਂ ਜਦੋਂ ਆਮ ਆਦਮੀ ਪਾਰਟੀ 'ਚ ਵੀ ਗਿਆ ਤਾਂ ਵੀ ਉਹਨਾਂ ਨੇ ਮੈਨੂੰ फ़ोन किया, उसके बाद भी लगातार इन टच रहे। टोनी जी देखो आप हमारे साथ आ जाओ, हमें ज़रूरत है आप जैसे साथियों की। तो फिर जिसले मैं देखा कि तो बिल्कुल ठप हो गए ने, तो मैं दूसरा एक विकल्प जिहड़ा देश दे विच जिहड़ी अज दी राजनीति चल रही है, जिहड़ी भाई नूं भाई नाल तोड़न दी गल कर रही है, तुसीं देखो इसले कैसी दुशासन दी सभा महाभारत दोबारा चल रही है हिंदुस्तान दे विच कि दुशासन दी सभा च द्रौपदी नूं नगन किया जा रहा है, परेड कराई जा रही है मणिपुर दे विच, और पूरी जिहड़ी दरबार है हिंदुस्तान दा दिल्ली दरबार वो पूरा खामोश बैठा है। राजा जिहड़ा वड्डा है वो खामोश बैठा है, उसते वो बिरयानी खाण वास्ते पाकिस्तान जा सकता बिना बुलाए, ते आपोजिशन बार बार बुला रही है, उत्थे नहीं जा रहा ताकि मिल बैठ के कोई सलाह करके सूत्र करके कि कोई एक अच्छा भाईचारा जिहड़ा है उत्थे खड़ा किया जा सके। उल्टा गवर्नमेंट स्पॉन्सर्ड जिहड़ी है एक किस्म की उत्थे दी लोकां दी जिहड़ी आवाज़ आ रही है, ये गवर्नमेंट स्पॉन्सर्ड जिहड़ी है नफरत फैलाई जा रही है। बस सिर्फ वोट बैंक की खातिर हिंदू और मुसलमान नूं लड़ाया जा रहा है। हरियाणा च इस तरह कर दिते हालात। तो मैं समझना कि ये जिहड़ियां चीज़ां ने इहदे नाल अज एक ही आदमी है जिहड़ा पूरे हिंदुस्तान नूं आपसी भाईचारे नूं जोड़न की गल कर रहा है। उसने जिहड़ी अपनी यात्रा की, जिहड़ी भारत नूं जोड़न की यात्रा की, मैं समझना बीजेपी तोड़न की यात्रा कर रही है और राहुल गांधी जिहड़ा है वो जोड़न की यात्रा की। बीजेपी कैंची की तरह समाज नूं कट रही है, राहुल गांधी सूई धागा लैके उस समाज नूं सीन की गल कर रहा है। उसने इस नफरत के बाजार दे विच एक मुहब्बत की दुकान जिहड़ी उन्होंने कई गल खोली, और वाकई ही वो एक बड़ी वड्डी होलसेल की दुकान है, और हर जगह जिथे जिथे उन्होंने स्टेटां च प्रधान ने जिहड़े लोग ने उन्होंने अगे इस गल नूं फैलाया और लोगों तक पहुंचे। तो फिर इस चीज़ नूं मद्देनज़र रखते हुए कि बई सानू तो मेरे तो गुरु का हुक्म ही यही है, यूनीवर्सल ब्रदरहुड, जिसनों अज बड़ी दुनिया गल करके कहती है, गुरु नानक का तो फलसफा ही यही है। तो मैं महसूस करता, मैं ये सारिया चीज़ों मद्देनज़र रख के मैं कांग्रेस का दामन थामिया, और कांग्रेस ने बड़े ही आदर मान सम्मान नाल दिल्ली दे विच खड़गे जी ने जिहड़े ऑल इंडिया के प्रेजिडेंट ने कांग्रेस के, बीनू गोपाल जी जिहड़े साडे जनरल सैक्रटरी ने, प्रभारी साडी जिहड़ी है वड्डी भैन रजनी पाटिल जी, विकार रसूल जी, तारिक अहमद करा जी, पहले प्रधान मीर साहब, वर्किंग प्रेसिडेंट रमन भल्ला जी, योगेश सानी जी, इस तरह पूरे दिग्गज नेता रियासत चों भी गए। सानू पूरे मान सम्मान नाल मेरे और मेरे साथियों नूं, कुंडल जी ने, होर सारे साथियों नूं, नम्रता जी नूं, होर बड़े जिहड़े साडे आम आदमी पार्टी चों जिहड़े लोग गए सी, होर बाकी पार्टियों चों भी जिहड़े लोग सी, बड़े मान सम्मान नाल ज्वाइन कराया, और असीं उन्हां दा शुक्रिया अदा करने और यकीन दिलाने कि जम्मू नूं एक बेहतर कल देण वास्ते पूरी मेहनत करांगे। ਬਿਲਕੁਲ, ਜਿੱਦਾਂ ਕਿ ਆਪ ਜੀ ਨੇ ਸਾਰੇ ਸਫ਼ਰ ਦੀ ਓਪਨਲੀ ਗੱਲਬਾਤ ਦੱਸੀ ਹੈਗੀ ਹੈ, ਕਿੱਦਾਂ ਦਾ ਸਫ਼ਰ ਰਿਹਾ। ਇਸ ਚੀਜ਼ ਨੂੰ ਸੰਗਤ ਵੀ ਜਾਣਦੀ ਹੈ ਤੇ ਤੁਸੀਂ ਆਪ ਜੀ ਵੀ ਜਾਣਦੇ ਹੋ ਕਿ ਜਦੋਂ ਕਿਸੇ ਸਫ਼ਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਉਦੋਂ ਰਿਸੋਰਸਿਸ ਘੱਟ ਹੁੰਦੇ ਨੇ ਤੇ ਇਨਸਾਨ ਦੀ ਰੀਚ ਵੀ ਘੱਟ ਹੁੰਦੀ ਹੈ। ਜਿੱਦਾਂ ਸਫ਼ਰ ਦਾ ਕਰੀਅਰ ਅੱਗੇ ਵੱਧਦਾ ਜਾਂਦਾ ਹੈ, ਇਨਸਾਨ ਦੇ ਇੰਟਰਨਲੀ ਬਿਲੀਫ ਇੱਕ ਪੈਦਾ ਹੁੰਦਾ ਕਿ ਮੈਂ ਇਸ ਤੋਂ ਵੱਧ ਸਮਾਜ ਦੇ ਵਿੱਚ ਜਾ ਕੇ ਸਮਾਜ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ। ਬਟ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਉੱਥੇ ਜਾ ਕੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਰਿਸੋਰਸਿਸ ਸਾਨੂੰ ਮਿਲ ਨਹੀਂ ਪਾਉਂਦੇ ਨਾ। ਯਕੀਨੀ ਤੌਰ ਤੇ ਆਪ ਜੀ ਨੇ ਹੁਣ ਨੈਸ਼ਨਲ ਪਾਰਟੀ ਨੂੰ ਦਾਮਨ ਫੜਿਆ ਕਿਉਂਕਿ ਤੁਹਾਡੇ ਇੰਟਰਨਲ ਬਿਲੀਫ ਹੋਣਾ ਕਿ ਇੱਕ ਅੱਜ ਸਮਾਜ ਨੂੰ ਜ਼ਰੂਰਤ ਹੈ, ਲੇਕਿਨ ਮੈਨੂੰ ਉਹ ਰਿਸੋਰਸਿਸ ਨਹੀਂ ਮਿਲ ਪਾ ਰਹੇ। ਤੇ ਹੁਣ ਆਪਾਂ ਦਰਸ਼ਕਾਂ ਤੱਕ ਆਪ ਜੀ ਨਾਲ ਗੱਲਬਾਤ ਇਸ ਲਈ ਪਹੁੰਚਾ ਰਹੇ ਹਾਂ ਕਿਉਂਕਿ ਸਾਡੇ ਤੱਕ ਵੀ ਕਾਲਸ ਆਈਆਂ ਹੈਗੀਆਂ ਨੇ ਕਿ ਆਪਾਂ ਡਿਮਾਂਡਸ ਜਿਹੜੀ ਸਾਡੀਆਂ ਉਹਨਾਂ ਵਿੱਚੋਂ ਇੱਕ ਸੰਪੂਰਨ ਡਿਮਾਂਡ ਸੀ ਕਿ ਅਗਰ ਰਿਜ਼ਰਵ ਹੋਣੀ ਚਾਹੀਦੀ ਹੈ, ਉਹ ਸਿੱਖ ਚਿਹਰਾ ਹੋਣਾ ਚਾਹੀਦਾ ਹੈ ਕਿ ਜਦੋਂ ਅੱਜ ਸਿੱਖ ਚਿਹਰਾ ਹੋਇਆ ਤੇ ਤੁਸੀਂ ਸਮਝਦੇ ਹੋ ਕਿ ਜੰਮੂ ਕਸ਼ਮੀਰ ਦੇ ਵਿੱਚ ਤੁਹਾਨੂੰ ਅਸੀਂ ਜਦੋਂ ਰੰਜਨਾ ਦੇਸਾਈ ਜੀ ਦਾ ਡੀਲਿਮਿਟੇਸ਼ਨ ਕਮਿਸ਼ਨ ਜਿਹਨੂੰ ਭਾਰਤ ਸਰਕਾਰ ਕਹਿੰਦੀ ਹੈ, ਮੈਂ ਕਹਿੰਦਾ ਉਹ ਡਿਸਕ੍ਰਿਮੀਨੇਸ਼ਨ ਕਮਿਸ਼ਨ ਸੀ ਰੰਜਨਾ ਦੇਸਾਈ ਦਾ, ਜਸਟਿਸ ਰੰਜਨਾ ਦੇਸਾਈ ਦਾ। ਉਸਨੇ ਆ ਕੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਸਿੱਖਾਂ ਲਈ ਇੱਕ ਸੀਟ ਰਿਜ਼ਰਵ ਕਰੋ, ਜਿਹੜਾ ਸਾਨੂੰ ਲੱਗਾ ਕਿ ਫਿਰ ਵੀ ਅਸੀਂ ਕਿਹਾ ਕਿ ਚਲੋ ਅਗਰ ਰਿਜ਼ਰਵੇਸ਼ਨ ਨਹੀਂ ਕਰ ਸਕਦੇ, ਘੱਟ ਤੋਂ ਘੱਟ ਜਿਹੜੀ ਸਾਡੀ ਸਿੱਖਾਂ ਦੀ ਇੱਕ ਕੋਈ ਗਿਣਤੀ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਏ। ਲੇਕਿਨ बीजेपी ਦੀ ਉਸ ਕਮਿਸ਼ਨ ਨੇ ਕਿਉਂ ਇਸ ਕਰਕੇ ਕਿਹਾ ਕਿਉਂਕਿ ਉਹਨਾਂ ਨੇ बीजेपी ਦੀ ਮਰਜ਼ੀ ਮੁਤਾਬਿਕ ਉਸ ਕਮਿਸ਼ਨ ਦੇ ਉੱਤੇ ਉਹ ਆਏ, ਉਹਨਾਂ ਨੇ ਗੁਸ਼ਤਾਵੇ ਖਾਦੇ, ਜੋ बीजेपी ਨੇ ਲਿਖ ਕੇ ਦਿੱਤਾ ਉਹਦੇ ਤੇ ਦਸਤਖਤ ਕਰਕੇ ਉਹ ਚਲੇ ਗਏ। ਉਹਨਾਂ ਨੇ ਸਾਰੀਆਂ ਸਲਾਹਾਂ ਜਿਹੜੀਆਂ ਲੋਕਾਂ ਨੇ ਦਿੱਤੀਆਂ ਸੀ ਉਹ ਇੱਕ ਡਰਾਮਾ ਰਚਿਆ, ਔਰ ਅਸੀਂ ਸਾਰੇ ਪਾਰਟੀਆਂ ਦੇ ਸਿੱਖ ਲੀਡਰ ਇਕੱਠੇ ਹੋ ਕੇ ਗਏ ਸੀ। TS ਵਜ਼ੀਰ ਜੀ ਨਹੀਂ ਰਹੇ, ਹਰਬੰਸ ਸਿੰਘ ਜੀ ਸੀ, ਹੋਰ ਖਾਲਸਾ ਜੀ ਸੀ ਸਾਡੇ ਜਿਹੜੇ BJP ਵਾਲੇ MLC ਸਾਹਿਬ,
ਹੋਰ ਸਾਰੀ ਪਾਰਟੀਆਂ ਦੇ ਲੋਕ ਇਕੱਠੇ ਹੋ ਕੇ ਗਏ। ਅਸੀਂ ਕਿਹਾ ਹੋਰ ਕੁਛ ਨਾ ਕਰਿਓ, ਸਾਡੀ ਜਿਹੜੀ ਤਾਦਾਦ ਹੈ ਇੱਕ ਜਗ੍ਹਾ ਉਹ ਤੇ ਰਹਿਣ ਦਿਓ। ਲੇਕਿਨ ਉਹਨਾਂ ਨੇ ਗਾਂਧੀ ਨਗਰ 'ਚ ਵੀ ਸਿੱਖ ਵੋਟ ਨੂੰ ਇਸ ਤਰ੍ਹਾਂ ਕੱਟ ਦਿੱਤਾ ਤਾਂ ਕਿ ਇਹ ਸਾਡੀ ਅਕਸਰੀਅਤ ਨਜ਼ਰ ਨਾ ਆ ਸਕੇ। ਅਗਰ ਸਿੰਬਲ ਹੈ ਤਾਂ ਸਿੰਬਲ ਨੂੰ ਇਕੱਠਾ ਨਹੀਂ ਰਹਿਣ ਤਾਂ ਉਹਦੀਆਂ ਵੀ ਕੁਝ ਵਾਟਾਂ ਕੱਟ ਕੇ ਸੁਚੇਤਗੜ੍ਹ ਨਾਲ ਜੋੜ ਦਿੱਤੀਆਂ ਗਈਆਂ ਕਿਉਂਕਿ ਸਿੱਖ ਗਿਣਤੀ ਕਿਤੇ ਜ਼ਿਆਦਾ ਨਾ ਹੋ ਸਕੇ। ਐਸੀ ਮਤਲਬ ਐਂਟੀ ਸਿੱਖ ਹੈ ਬੀਜੇਪੀ, ਐਂਟੀ ਜਾਟ ਵੀ ਹੈ। ਜੱਟਾਂ ਦੀਆਂ ਸਾਰੀਆਂ ਕਨਸਟੀਟੈਂਸੀਆਂ ਵੀ ਰਿਜ਼ਰਵ ਕਰ ਦਿੱਤੀਆਂ ਔਰ ਸਿੱਖਾਂ ਦੀਆਂ ਕਨਸਟੀਟੈਂਸੀਆਂ ਨੂੰ ਬਿਲਕੁਲ ਛੋਟਾ ਕਰ ਦਿੱਤਾ, ਉਹਨਾਂ ਦੀ ਗਿਣਤੀ ਘੱਟ ਗਿਣਤੀ ਕਰ ਦਿੱਤੀ। ਲੇਕਿਨ ਚਲੋ ਫਿਰ ਵੀ ਜਿਹੜਾ ਸਾਊਥ ਵਾਲਾ ਏਰੀਆ ਹੈ ਸਿੱਖਾਂ ਦੀ ਗਿਣਤੀ ਥੋੜੀ ਵੱਧ ਆ ਗਈ ਇਸ ਪਾਸੇ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਲੇਕਿਨ ਇਹਨਾਂ ਦੀ ਮਨਸ਼ਾ ਇਹ ਨਹੀਂ ਸੀ ਕਿ ਐਸਾ ਹੋਏ। ਔਰ ਦੂਸਰਾ ਦੇਖੋ ਪਹਿਲੀ ਸਰਕਾਰ ਹੈ ਪੂਰੇ ਹਿੰਦੁਸਤਾਨ 'ਚ 75 ਸਾਲਾਂ ਦੇ ਵਿੱਚ ਜਿਹੜਾ ਮਹੋਤਸਵ ਮਨਾ ਰਹੇ ਨੇ, ਮੈਂ ਸਮਝਦਾ ਸ਼ਰਮ ਆਉਣੀ ਚਾਹੀਦੀ ਹੈ ਇਸ ਸਰਕਾਰ ਨੂੰ। ਇਸ ਸਰਕਾਰ ਨੇ ਸਾਡੇ ਦਰਬਾਰ ਸਾਹਿਬ ਦੇ ਲੰਗਰ ਦੇ ਉੱਤੇ GST ਲਗਾਉਣ ਵਾਲੀ ਹੈ ਪਹਿਲੀ ਸਰਕਾਰ ਬਣੀ। ਅਸੀਂ ਪੰਜਾਬੀ ਦੀ ਮੰਗ ਕਰ ਰਹੇ ਹਾਂ, ਤੁਸੀਂ ਦੇਖੋ ਇਹਨਾਂ ਨੇ ਕਿਹਾ ਤੁਸੀਂ ਇਹ ਮੰਗ ਛੱਡੋ, ਤੁਸੀਂ ਉਹ ਮੰਗ ਕਰਨੀ ਸ਼ੁਰੂ ਕਰੋ ਕਿ GST ਉਤਾਰ ਦਿਓ। ਤੇ ਦੂਸਰੀ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਸੋਚਣ ਵਾਲੀ ਹੈ, ਮੈਂ ਇਮਾਨਦਾਰੀ ਨਾਲ ਕਹਿ ਰਿਹਾ, ਜਿਸ ਦਿਨ ਕਿਧਰੇ ਸੱਤਾ 'ਚ ਆਏ, ਜਿਸ ਦਿਨ ਉਸ ਮਾਲਕ ਮੇਰੇ ਗੁਰੂ ਰਾਮਦਾਸ ਦੀ ਮਿਹਰ ਹੋ ਗਈ, ਉਸ ਅਕਾਲ ਪੁਰਖ ਦੀ ਮਿਹਰ ਹੋ ਗਈ ਔਰ ਅਸੀਂ ਸੱਤਾ ਦੇ ਵਿੱਚ ਬੈਠੇ, ਮੈਂ ਵਾਅਦਾ ਕਰਦਾ ਕਿ ਪੰਜਾਬੀ ਮੇਰਾ ਪਹਿਲਾ ਨਿਸ਼ਾਨਾ ਹੋਏਗਾ। ਜਿਸ ਵੀ ਜਗ੍ਹਾ ਤੇ ਬੈਠਾਂਗੇ ਉਸ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਲੱਗੇ ਦੇ ਆ, ਬੜੀ ਮਜ਼ਬੂਤੀ ਨਾਲ ਆਪਣੀ ਗੱਲ ਰੱਖਣ ਦੇ ਲਈ ਆਦੀਆਂ ਸੀ ਔਰ ਜਾਣੇ ਇਸ ਗੱਲ ਵਾਸਤੇ। ਪੰਜਾਬੀ ਸਾਡੀ ਜਿਹੜੀ ਅੱਜ ਬੀਜੇਪੀ ਸਾਨੂੰ ਇਸ ਪੰਜਾਬੀ ਲੈਂਗੁਏਜ ਲਈ ਤਰਸਾ ਰਹੀ ਹੈ, ਅਸੀਂ ਇਹਨਾਂ ਦੀ ਭਿੱਖ ਨਹੀਂ ਲੈਣਾ ਚਾਹੁੰਦੇ। ਪੰਜਾਬੀ ਸਾਡਾ ਹੱਕ ਹੈ, ਅਸੀਂ ਖੋ ਕੇ ਲੈ ਲਾਂਗੇ। ਔਰ ਸਰਕਾਰ 'ਚ ਜਿਸ ਦਿਨ ਗਏ ਔਰ ਜਿਹੜੇ ਲੋਕ ਅਫਸਰ ਜਿਹੜੇ ਲੋਕ ਇਸ ਝੜੰਗਾ ਲਾਣਗੇ ਤੁਹਾਨੂੰ ਦੇਖਾਂਗੇ ਦਰਕਨਾਰ ਕਰਕੇ ਰੱਖ ਦਿਆਂਗੇ। ਸਾਡੀ ਪੰਜਾਬੀ ਜਿਹੜੀ ਹੈ ਇਸ ਰਿਆਸਤ 'ਚ ਅਸੀਂ ਲਾਗੂ ਕਰਕੇ ਰਵਾਂਗੇ। ਇੱਕ ਵਾਰ ਲੋਕਾਂ ਨੂੰ ਵੀ ਇਹ ਕਹਿਣਾ ਚਾਹਨਾ, ਸੱਤਾ ਦਾ ਪਰਿਵਰਤਨ ਬੜਾ ਜ਼ਰੂਰੀ ਹੈ, ਲਾਜ਼ਮੀ ਹੈ। ਇਸ ਜ਼ਾਲਮ ਔਰ ਇਹ ਜਿਹੜੀ ਗੂੰਗੀ ਔਰ ਬਹਿਰੀ ਔਰ ਤਾਨਾਸ਼ਾਹੀ ਸਰਕਾਰ ਇਸ ਲਈ ਬੀਜੇਪੀ ਦੀ ਹੈ, ਇਸ ਨੂੰ ਬਰਕਰਾਰ ਕਰਨਾ ਬੜਾ ਲਾਜ਼ਮੀ ਹੈ ਅਗਰ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਅਸੀਂ। ਅੱਜ ਤੁਸੀਂ ਦੇਖੋ ਇਸ ਜੰਮੂ ਸ਼ਹਿਰ ਦੇ ਵਿੱਚ 100 ਦੁਕਾਨਾਂ ਖੋਲ ਛੜੀਆਂ। ਜਿਹੜੀ ਹਿੰਦੂਆਂ ਦੀ ਪਾਰਟੀ ਬੰਦੀ ਹੈ ਆਪਣੇ ਆਪ ਨੂੰ, ਪਰਸ਼ੂਰਾਮ ਜਯੰਤੀ ਸੀ, ਹਿੰਦੂਆਂ ਦਾ ਬੜਾ ਵੱਡਾ ਪਰਵ ਹੈ ਉਹ। ਉਸ ਦਿਨ 100 ਦੁਕਾਨਾਂ ਖੋਲ ਛੜੀਆਂ ਸ਼ਰਾਬ ਦੀਆਂ, ਹੋਰ ਬਿਨਾਂ ਕਿਸੇ ਦੇ ਮੰਗੇ ਹੋਏ, ਕਿਉਂਕਿ ਬੀਜੇਪੀ ਦੀ ਲੀਡਰਸ਼ਿਪ ਰਲੀ ਹੋਈ ਹੈ ਕਿਹਦੇ ਨਾਲ, ਜਿਹੜਾ ਲਿਕਰ ਮਾਫੀਆ ਉਹਦੇ ਨਾਲ ਰਲੀ ਹੋਈ ਹੈ। ਘਰ ਘਰ ਦੇ ਲਾਗੇ ਇੱਕ ਪੂਰੇ ਹਿੰਦੁਸਤਾਨ 'ਚ ਕਾਨੂੰਨ ਹੈ ਕਿ ਕਿਸੇ ਵੀ ਰਿਲੀਜੀਅਸ ਪਲੇਸ ਜਾਂ ਐਜੂਕੇਸ਼ਨਲ ਇਦਾਰੇ ਦੇ ਨੇੜੇ ਕੋਈ ਸ਼ਰਾਬ ਦੀ ਦੁਕਾਨ ਨਹੀਂ ਹੋਏਗੀ। ਇਹਨਾਂ ਨੇ ਉਹ ਕਾਨੂੰਨ ਉਡਾ ਦਿੱਤਾ ਸਿਰਫ ਜਿਹੜਾ ਲਿਕਰ ਮਾਫੀਆ ਨੂੰ ਖੁਸ਼ ਕਰਨ ਲਈ, ਕਿਉਂਕਿ ਉਹ ਪੈਸਾ ਦਿੰਦੀ ਹੈ ਜਿਹੜੀ ਬਿਊਰੋਕ੍ਰੇਸੀ ਨੂੰ ਵੀ ਔਰ ਹੋਰ ਵੀ। ਕਿਉਂਕਿ ਅਗਰ ਬੀਜੇਪੀ ਅਪੋਜ਼ ਹੀ ਨਹੀਂ ਕਰ ਰਹੀ, ਉਹ ਨਹੀਂ ਅੱਜ ਨਹੀਂ ਦੇਰ ਨਜ਼ਰ ਆ ਰਿਹਾ ਕਿ ਮੰਦਰਾਂ ਦੇ ਸ਼ਹਿਰ ਨੂੰ ਸ਼ਰਾਬ ਦੇ ਠੇਕਿਆਂ ਦਾ ਸ਼ਹਿਰ ਬਣਾਤਾ, ਅੱਜ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ। ਲੇਕਿਨ ਜਿਸਲੇ ਮਿਸਾਲ ਦੇ ਤੌਰ ਤੇ ਪਹਿਲਾਂ ਜਦੋਂ ਨਾ ਲਖਨਪੁਰ ਤੇ 40 ਰੁਪਏ ਦੇ ਪਰਚੀ ਕੱਟੀ ਜਾਂਦੀ ਸੀ ਤੇ ਇਹ ਕਹਿੰਦੇ ਸੀ ਮੁਸਲਮਾਨਾਂ ਦੀ ਸਰਕਾਰਾਂ ਨੇ ਨਾ ਇੱਥੇ ਹਿੰਦੂਆਂ ਦੇ ਜਿਹੜੇ ਤੀਰਥ ਸਥਾਨ ਹੈ ਵੈਸ਼ਨੋ ਦੇਵੀ ਜੀ ਔਰ ਅਮਰਨਾਥ ਜੀ ਉੱਤੇ ਲਗਾਤਾ ਹੈ, ਜਜ਼ੀਆ ਲਗਾ ਦਿੱਤਾ ਹੈ। ਲੇਕਿਨ ਅੱਜ ਬੜੇ ਅਫਸੋਸ ਨਾਲ ਕਹਿਣਾ ਚਾਹੀਦਾ ਪੂਰੀ ਬੀਜੇਪੀ ਔਰ RSS ਖਾਮੋਸ਼ ਹੈ। ਅੱਜ ਉਹਨਾਂ ਦੀ ਮੂੰਹ ਦੇ ਲਗਾਮ ਲੱਗੀ ਹੋਈ ਹੈ, ਅੱਜ ਉਹਨਾਂ ਦੀ ਜ਼ਬਾਨ ਨਹੀਂ ਖੁੱਲਦੀ। ਅੱਜ ਉਹ ਕਹਿੰਦੇ ਨਾ, ਅੱਜ ਨਹੀਂ ਉਹਨਾਂ ਨੂੰ ਜਜ਼ੀਆ ਨਜ਼ਰ ਆਉਂਦਾ। ਅੱਜ ਜਿਹੜਾ ਇਹ ਟੋਲ ਪਲਾਜ਼ਾ ਲੱਗਾ ਬੜੀ ਬ੍ਰਾਹਮਣਾਂ ਦੇ ਲਾਗੇ, ਇਹ ਨਾਜਾਇਜ਼ ਹੈ, ਇਹ ਇਲੀਗਲ ਹੈ, ਅਨਕਨਸਟੀਟਿਊਸ਼ਨਲ ਹੈ, ਕਿਉਂਕਿ ਉਹ ਕਨਸਟੀਟਿਊਸ਼ਨ ਦੀ ਉਹ ਧਾਰਾ ਨੂੰ ਪੂਰਾ ਨਹੀਂ ਕਰਦਾ। 60 ਕਿਲੋਮੀਟਰ ਦੇ ਵਿੱਚ ਜਾ ਕੇ ਲੱਗਣਾ, ਦੂਰ ਹੋਣਾ ਚਾਹੀਦਾ। ਦੇਖੋ ਬੰਦ ਟੋਲ ਪਲਾਜ਼ਾ ਔਰ ਇਹਦਾ ਡਿਸਟੈਂਸ ਜਿਹੜਾ ਕਿੰਨਾ ਹੈ, ਲੇਕਿਨ ਲਗਾਇਆ। ਔਰ ਰਵਿੰਦਰ ਰੈਣਾ ਜੀ ਕਹਿੰਦੇ ਮੇਰੀ ਗੱਲ ਹੋਈ ਨਹੀਂ ਗਡਕਰੀ, ਕਹਿੰਦੇ ਗਡਕਰੀ ਸਾਹਿਬ ਆਖਰ ਚੁੱਕੀ ਔਰ 2 ਮਹੀਨੇ 'ਚ 2 ਸਾਲ ਹੋ ਗਏ, ਅੱਜ ਨਹੀਂ ਚੁੱਕਣ ਲਈ ਨਜ਼ਰ ਆਇਆ। ਅੱਜ ਉਸ ਵੇਲੇ ਤਾਂ ਬੜੀ ਤੁਹਾਨੂੰ ਗੱਲ ਯਾਦ ਆਉਂਦੀ ਹੈ, ਤੁਹਾਨੂੰ ਡੋਗਰੀ ਬੋਲ ਕੇ ਤੁਸੀਂ ਬੜਾ ਲੋਕਾਂ ਦਾ ਮਨ ਮੋਹਦੇ ਹੋ ਕਿ ਅਸੀਂ ਡੋਗਰੇ ਹਾਂ, ਅਸੀਂ ਡੋਗਰਾਂ ਦੀ ਗੱਲ ਕਰ ਰਹੇ ਹਾਂ। ਅੱਜ 3 ਸਾਲ ਹੋਇਆ ਤੁਸੀਂ ਟੋਲ ਜਜ਼ੀਆ ਲਾਣਾ, ਤੁਸੀਂ ਜਜ਼ੀਆ ਲਾਇਆ ਹਿੰਦੂਆਂ ਦੇ ਤੀਰਥ ਸਥਾਨਾਂ ਦੇ। 1000 ਰੁਪਇਆ ਟੈਕਸ ਬਣ ਜਾਂਦਾ ਜਦ ਤੱਕ ਤੁਸੀਂ ਅਮਰਨਾਥ ਦੀ ਯਾਤਰਾ 'ਚ ਪੁੱਜਦੇ ਹੋ, ਔਰ 650-700 ਬਣ ਜਾਂਦਾ ਜਦ ਤੱਕ ਤੁਸੀਂ ਵੈਸ਼ਨੋ ਦੇਵੀ ਪੁੱਜਦੇ ਹੋ। ਨਹੀਂ ਨਜ਼ਰ ਆ ਰਿਹਾ ਤੁਹਾਨੂੰ, ਹੁਣ ਨਹੀਂ ਬੋਲਿਆ ਜਾਂਦਾ ਤੁਹਾਡੇ ਤੋਂ। ਲੇਕਿਨ ਇਹ ਬੀਜੇਪੀ ਉਹ ਹੈ ਜਿਹੜਾ ਜੰਮੂ ਦੇ ਲੋਕਾਂ ਦੇ ਉੱਤੇ ਪਿੱਠ ਦੇ ਛੁਰਾ ਮਾਰਿਆ ਹੋਇਆ। ਅੱਜ ਇਹ ਬੀਜੇਪੀ ਹੈ ਜਿਸ ਨੇ ਲੋਕਾਂ ਦੇ ਉੱਤੇ ਘਰ ਘਰ ਟੈਕਸ ਲਗਾ ਦਿੱਤਾ। ਮੈਂ ਤੇ ਕਹਿੰਦਾ ਤੁਸੀਂ ਘਰਾਂ ਦੇ ਬਾਹਰ ਪੀਪਾ ਲਾ ਦਿਓ ਇੱਕ, ਤੇ ਸਾਡੇ ਕੋਲ ਇੱਕੋ ਵਾਰੀ ਪਵਾ ਲਓ ਜਿਹੜੇ ਪੈਸੇ ਪਵਾਣੇ ਨੇ। ਇਹ ਜਿਹੜੇ ਮੀਟਰ ਵੀ ਲਾ ਰਹੇ ਹੋ, ਇਹ ਤੁਸੀਂ ਮੀਟਰ ਲਾ ਰਹੇ ਹੋ, ਮੈਂ ਹੁਣੇ ਦੇਖ ਰਿਹਾ ਮੇਰੇ ਲਾਗੇ ਇੱਕ ਮੀਟਰ ਤਾਰਾਂ ਪੁੱਠੀਆਂ ਜੋੜ ਕੇ ਨਾ ਉਹਦਾ ਸਮਾਰਟ ਮੀਟਰ ਦੇ ਬਾਅਦ ਜਿਹੜਾ ਲਗਾ ਰਹੇ ਨੇ ਪ੍ਰੀਪੇਡ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹ ਤਾਰਾਂ ਪੁੱਠੀਆਂ ਜੋੜ ਕੇ ਪੂਰਾ ਫ੍ਰਿਜ ਜਲ ਗਿਆ, ਟੀਵੀ ਜਲ ਗਏ ਨੇ। ਹੁਣ ਦੱਸੋ ਕੌਣ ਇਹ ਭਰਵਾਈ ਕਰੇਗਾ? ਰਿਆਸਤੀ ਸਰਕਾਰ ਨੂੰ ਕਟਘਰੇ 'ਚ ਖੜਾ ਕਰਨਾ ਪਏਗਾ ਇਹੋ ਜਿਹੇ।
ये वो लोग, ये इन्होंने इतना जबर और जुल्म कर दिता है। आज महंगाई की मार नहीं नजर आती स्मृति ईरानी नूं, उसने 400 रुपए का सिलेंडर चुक के 2 चूड़ियां जियां पा के हमने देनी है मनमोहन सिंह जी को, उसने नजर आ गया, उसने तेन बड़ी महंगाई नजर आई, अज नहीं तेन नजर आती। और 1200 का सिलेंडर इन्होंने सस्ता लगता है, 400 का महंगा लगता सी, अज इन्होंने 250 रुपए किलो टमाटर सस्ता लगता पैना, 150 रुपए किलो प्याज सस्ते लगते पैना, अज नहीं इन्होंने महंगाई नजर आती। बहुत हुई महंगाई की मार अब की बार मोदी सरकार, तो हूं बहुत हुई महंगाई की मार अब की बार इंडिया की सरकार, वो सरकार बनेगी। बिल्कुल जिदा कि मैं तुहानू दसना चाहना दर्शकों, तुसी भी अगर अपनी आने वाली नस्लों वास्ते इंसाफ चाहते हो, अगर तुसी अपनी आने वाली नस्लों वास्ते, अज इन्होंने पूछो बीजेपी नूं 2 करोड़ नौकरियां कित्थे गईयां, बेरोजगारी की हद टप गई है इस देश दे विच और रियासत दे विच नंबर 1 हो गई है। इन्होंने इस देश नूं, इस रियासत नूं, इस पूरे गरीब तो गरीब कर छड़िया। अज मेरे ਤੁਹਾਨੂੰ ਜਿਹੜੇ ਤੁਸੀਂ 25 ਲੋਕ ਜਿਨ੍ਹਾਂ ਨੇ ਜੰਮੂ ਦੀ ਪਿੱਠ ਤੇ ਛੁਰਾ ਮਾਰਿਆ ਬੀਜੇਪੀ ਦੇ ਐਮਐਲਏ ਜਿਹਦੇ ਲੋਕ ਸੀ, ਔਰ ਅੱਜ ਜਿਹੜਾ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਜਾ ਕੇ ਕਿ ਜੀ ਦੇਖੋ ਅਸੀਂ ਤੁਹਾਨੂੰ ਪ੍ਰਾਪਰਟੀ ਟੈਕਸ ਬੜਾ ਸਸਤਾ ਕਰ ਦਿੱਤਾ, ਪਰ ਲੋੜ ਕੀ ਹੈ ਪ੍ਰਾਪਰਟੀ ਟੈਕਸ ਲਗਾਉਣ ਦੀ? ਮੈਨੂੰ ਮੈਂ ਪੁੱਛਣਾ ਚਾਹਨਾ, ਕਿਆ ਜਿੱਥੋਂ ਐਲਜੀ ਸਾਹਿਬ ਆਏ ਨੇ ਉੱਥੇ ਪ੍ਰਾਪਰਟੀ ਟੈਕਸ ਲੱਗਾ ਹੋਇਆ, ਉੱਥੇ ਸਮਾਰਟ ਮੀਟਰ ਲੱਗੇ ਨੇ, यूपी च स्मार्ट मीटर लागे ना, गुजरात जो मॉडल पेश करते उत्थे स्मार्ट मीटर लगा होया नहीं। अज जिथे इन्हां दी सरकारां ने उत्थे सारे कानून बाहर ने। अज जे बीजेपी नाल जिंदाबाद करोगे तो कातल भी जिहड़ा जेल चों छुट के आ जाएगा, लेकिन जे कोई तुसीं जे इंसाफ की गल करे तो उहदे पिछे ईडी ते सीबीआई ला देणगे। बिल्कुल जिद्दां कि हिटलरशाही दी सरकार है। गलबातां तुसीं सुणीਆਂ ने पूरीਆਂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਸਿੱਖ ਕੌਮ ਨੂੰ ਉਪਦੇਸ਼ ਦਿੱਤਾ ਔਰ ਅਕਾਲ ਤਖਤ ਸਾਹਿਬ ਦਿੱਤਾ ਹੋਇਆ ਨਾ, ਇੱਕ ਮੀਰੀ ਦਾ ਤੇ ਇੱਕ ਪੀਰੀ ਦਾ। ਤੇ ਸਾਡੇ ਹੁਣ ਚੈਨਲ ਦੇ ਵੀ ਸਿਧਾਂਤ ਹੈਗੇ ਨੇ ਕਿ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਤੇ ਔਰ ਇਹ ਸਾਡਾ ਪਲੇਟਫਾਰਮ ਵਾਈਜ਼ ਇੱਕ ਐਸਾ ਪਲੇਟਫਾਰਮ ਹੈ ਜਿਹਨੇ ਹਮੇਸ਼ਾ ਆਪਸੀ ਇਕਜੁੱਟਤਾ ਦੀ ਗੱਲ ਕੀਤੀ ਹੈ ਸਿੱਖ ਕੌਮ ਦੀ। ਕੋਈ ਵੀ ਧਰ ਹੋਏ, ਕੋਈ ਵੀ ਧਿਰ ਹੋਏ, ਕੋਈ ਵੀ ਸਮਾਜਿਕ ਕਾਰਜਕਰਤਾ ਹੋਏ ਜਾਂ ਕੋਈ ਵੀ ਰਿਪਰੈਜ਼ੈਂਟੇਟਿਵ ਹੋਏ ਸਿੱਖ ਕੌਮ ਦਾ, ਆਪਾਂ ਹਮੇਸ਼ਾ ਹੀ ਉਹਨਾਂ ਦੀ ਆਵਾਜ਼ ਆਪ ਜੀ ਤੱਕ ਪਹੁੰਚਾਈ ਹੈ। ਉਸਦਾ ਬੇਸਿਕ ਮਕਸਦ ਕੀ ਹੈ? ਅਸੀਂ ਅੱਜ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਗੱਲਬਾਤ ਕੋ ਜਾਣੀ ਹੈ, ਕਿਉਂਕਿ ਅੱਜ ਕਿਤੇ ਨਾ ਕਿਤੇ ਖੇਰੂ ਹੋਇਆ ਪਿਆ ਨਾ। ਆਪਾਂ ਹਰ ਕਿਸੇ ਦੀ ਗੱਲਬਾਤ ਗੁਰੂ ਸਾਹਿਬਾਂ ਦੀ ਬੜੇ ਉਹਨਾਂ ਨੇ ਲਿਖਿਆ ਹੀ ਨਹੀਂ ਹੈ ਕਿਤੇ ਗੁਰਬਾਣੀ ਸਿੱਖਾਂ ਦੀ, ਉਹਨਾਂ ਨੇ ਕਿਹਾ ਸਰਬ ਸਾਂਝੀ ਗੁਰਬਾਣੀ, ਸਾਂਝੀ ਆਪਸੀ ਸਾਂਝਵਾਲ। ਠੀਕ ਹੈ, ਇਹ ਸਾਨੂੰ ਚੋ ਵਰਣਨ ਕੋ ਉਪਦੇਸ਼ ਸਾਂਝਾ, ਕਿਧਰੇ ਕੋਈ ਵਿਤਕਰਾ ਹੀ ਨਹੀਂ ਹੈ। ਸਾਨੂੰ ਤਾਂ ਜੋੜਨ ਦੀ ਗੱਲ ਸਿਖਾਈ ਗਈ ਮੇਰੇ ਗੁਰੂ ਨੇ। ਮੇਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਭਗਤਾਂ ਦੀ, ਸਾਰੇ ਧਰਮਾਂ ਦੀ, ਇੱਥੇ ਤੁਸੀਂ ਦੇਖੋਗੇ, ਤੁਸੀਂ 5 ਵਕਤ ਦੇ ਨਮਾਜ਼ੀ ਨੇ ਭਗਤ ਫਰੀਦ ਜੀ, ਲੇਕਿਨ ਉਹਨਾਂ ਦੀ ਬਾਣੀ ਦਰਜ ਆ ਉਹਦੇ ਚ, ਗੁਰਬਾਣੀ ਚ। ਕਿਤੇ ਵਿਤਕਰਾ ਦੱਸੋ ਇੱਥੇ ਕਿਤੇ? ਮੈਂ ਕਹਿੰਦਾ ਇੱਥੇ ਤੇ ਤੁਸੀਂ ਮਜ਼ਹਬਾਂ ਦੇ ਵਿੱਚ ਵਿਤਕਰੇ ਨੇ, ਲੇਕਿਨ ਮੇਰੇ ਗੁਰੂ ਨੇ ਤਾਂ ਜੋੜਨ ਦੀ ਗੱਲ ਕੀਤੀ ਹੈ ਸ਼ੁਰੂ ਤੋਂ। ਔਰ ਗੁਰੂ ਗ੍ਰੰਥ ਸਾਹਿਬ ਇਹਦੇ ਅੱਜ ਸਾਡੇ ਜਿਹੜੇ ਲਿਵਿੰਗ ਗੁਰੂ ਮੰਨਦੇ ਹਨ, ਜਿਸ ਨੂੰ ਅਸੀਂ, ਉਹ ਜਿੰਦੀ ਜਾਗਦੀ ਮਿਸਾਲ ਹੈ ਇਸ ਗੱਲ ਦੀ। ਅਸੀਂ ਇਸ ਭਾਈਚਾਰੇ ਨੂੰ ਵਧਾਉਣਾ ਹੈ ਔਰ ਇਸ ਮੈਂ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੇਰੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਪੂਰੇ ਨਾ ਹੀ ਸਿਰਫ ਸਿੱਖ ਜਗਤ, ਨਾ ਹੀ ਸਿਰਫ ਸਿੱਖ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਾਡੇ ਸਿੱਖਾਂ ਤੋਂ ਬਾਹਰ ਵੀ ਹੈ ਨਾ, ਪੂਰੇ ਵੀ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਹੈ, ਮੈਂ ਤੁਹਾਨੂੰ ਇਹ ਵਾਅਦਾ ਕਰਦਾ ਮੈਂ ਇਮਾਨਦਾਰੀ ਨਾਲ ਔਰ ਉਸ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਨੂੰ ਹਾਜ਼ਰ ਨਾਜ਼ਰ ਕਰਕੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਗਰੀ ਦੀ ਨੂੰ ਹਾਜ਼ਰ ਨਾਜ਼ਰ ਕਰਕੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਮਾਨਦਾਰੀ ਨਾਲ ਲੋਕਾਂ ਦੇ ਮੈਂ ਜਿਹੜਾ ਸਾਡੇ ਜਿਹੜੇ ਜਿਹੜੀਆਂ ਜਿਸ ਨੂੰ ਕਹਿੰਦੇ ਡਿਮਾਂਡਸ ਨੇ, ਜਿਸ ਨੂੰ ਕਹਿੰਦੇ ਆ ਕਿ ਸਾਡੇ ਜਿਹੜੇ ਪ੍ਰਸ਼ਨ ਚਿੰਨ੍ਹ ਲੱਗੇ ਹੋਏ ਨੇ, ਅੱਜ ਮੈਂ ਕਹਿੰਦਾ, ਮੈਂ ਪੁੱਛਣਾ ਬੀਜੇਪੀ ਦੇ ਵਿੱਚ ਜਿਹੜੇ ਸਾਡੇ ਸਿੱਖ ਨੇਤਾ ਨੇ ਕਿਸ ਕਰਕੇ ਬੈਠੇ ਦੇ ਨੇ? ਕਿਹੜੀ ਨੁਮਾਇੰਦਗੀ ਕਰ ਰਹੇ ਹੋ ਤੁਸੀਂ ਸਾਡੀ? ਜੇ ਤੁਸੀਂ ਸਾਡੀ ਪੰਜਾਬੀ ਨਹੀਂ ਲਾਗੂ ਕਰਾ ਸਕਦੇ, ਇਸਤੀਫੇ ਦੇ ਦਿਓ। ਔਰ ਮੈਂ ਵਾਅਦਾ ਕਰਦਾ ਜਿਸ ਦਿਨ ਨੇ ਕਾਂਗਰਸ ਸਾਨੂੰ ਸਾਡੇ ਹੱਕ ਤੋਂ ਮਹਿਰੂਮ ਕਰਨ ਦੀ ਗੱਲ ਕਰੇਗੀ ਕਿ ਵੀ ਹਾਂ ਸਾਡੀ ਜਿਹੜੀ ਹੈ ਪੰਜਾਬੀ ਨੂੰ ਲਾਗੂ ਕਰਨ ਦੇ ਖਿਲਾਫਤ ਦੀ ਗੱਲ ਕਰੇਗੀ, ਮੈਂ ਪਹਿਲਾ ਆਦਮੀ ਹੋਵਾਂਗਾ ਜੋ ਰਿਜ਼ਾਈਨ ਵੀ ਉਸੇ ਵੇਲੇ ਠੋਕ ਦਿਆਂਗਾ। ਮੈਂ ਇਮਾਨਦਾਰੀ ਨਾਲ ਕਰਦਾ, ਮੈਂ ਜੇ ਆਪਣਾ ਨਹੀਂ, ਮੈਂ ਜੇ ਗੁਰੂ ਦਾ ਨਹੀਂ ਬਣ ਸਕਿਆ, ਮੈਂ ਕਿਸੇ ਦਾ ਨਹੀਂ ਬਣ ਸਕਦਾ। ਬਿਲਕੁਲ, ਔਰ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਔਰ ਰਿਕਾਰਡ ਇਸ ਕਰਕੇ ਕਰਨਾ ਚਾਹੁੰਦਾ, ਕਿਉਂਕਿ ਇਸ ਕਰਕੇ ਰਿਕਾਰਡ ਕਰਨਾ ਚਾਹੁੰਦਾ ਇਸ ਗੱਲ ਨੂੰ ਕਿ ਮਹਾਰਾਜ ਗੁਰੂ ਰਾਮਦਾਸ ਕਿਧਰੇ ਮੈਨੂੰ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਕਦੇ ਭੁੱਲਦਾ ਨਹੀਂ, ਕਿਧਰੇ ਭੁੱਲ ਜਾਵਾਂ ਤਾਂ ਤੁਸੀਂ ਮੈਨੂੰ ਚੇਤਾ ਕਰਾਓ, ਸਰਦਾਰ ਜੀ ਤੁਸੀਂ ਇਹ ਗੱਲ ਕਹੀ ਸੀ ਤੇ ਅੱਜ ਪੂਰੇ ਕਿਉਂ ਨਹੀਂ ਉਤਰਦੇ ਲੱਗੇ ਦੇ। ਔਰ ਮੈਂ ਆਪਣੀ ਕੌਮ ਮੈਂ ਉਸ ਗੁਰੂ ਮਹਾਰਾਜ ਸਿਰ ਤਰ ਤਲੀ ਗਲੀ ਮੁਰਿਆਓ, ਜੇ ਤੈਂ ਪ੍ਰੇਮ ਕਰਨ ਦਾ ਚਾਹੋ ਸਿਰ ਤਰ ਤਲੀ ਗਲੀ ਮੁਰਿਆਓ। ਤੇ ਸਾਨੂੰ ਤੇ ਹੁਕਮ ਹੈ, ਜੋ ਫਰਮਾਨ ਹੈ ਉਹ ਇੱਕ ਵਾਰ ਲਾਗੂ ਕਰਨਾ। ਤੇ ਇਹ ਜਿਹੜੇ ਰੁਤਬੇ ਇਹ ਪਾਰਟੀਆਂ
ਇਹਨਾਂ ਨੂੰ ਦਰਕਨਾਰ ਕਰਕੇ ਮੇਰੇ ਗੁਰੂ ਵਾਸਤੇ, ਮੇਰੇ ਆਪਣੀ ਮਨੁੱਖਤਾ ਵਾਸਤੇ, ਮੇਰੇ ਲੋਕਾਂ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਏ ਮੈਂ ਪਿੱਛੇ ਨਹੀਂ ਹਟਾਂਗਾ। ਲੇਕਿਨ ਜਿਸ ਪਾਰਟੀ ਦਾ ਦਾਮਨ ਸਾਂਭਿਆ ਉਸ ਨੂੰ ਇਮਾਨਦਾਰੀ ਨਾਲ ਲੋਕਾਂ ਦੇ ਤੱਕ ਲੈ ਕੇ ਵੀ ਜਾਵਾਂਗਾ, ਉਸ ਦਾ ਪੈਗਾਮ ਲੈ ਕੇ ਜਾਵਾਂਗਾ। ਅੱਜ ਰਾਹੁਲ ਗਾਂਧੀ ਜਿਹੜਾ ਹੈ ਮੈਂ ਸਮਝਦਾ ਕਿ ਉਹ ਇੱਕ ਅਲੱਗ ਨਕਸ਼ੇ ਕਦਮ ਤੇ ਚੱਲ ਪਿਆ। ਉਹ ਅੱਜ ਜਿਹੜੇ ਪਿਆਰ ਦੀ ਫਲਸਫੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਿਹਾ, ਮੈਂ ਸਮਝਦਾ ਕਿ ਉਸ ਨੂੰ ਦੇਖਦੇ ਹੋਏ, ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਇਹ ਕਦਮ ਚੱਕਿਆ। ਮੈਂ ਇਸ ਪਾਰਟੀ 'ਚ ਆਇਆ। ਬਾਕੀ ਜਿੱਥੇ ਜਿੱਥੇ ਕਿਤੇ ਮੇਰੀ ਕੋਈ ਕੋਤਾਹੀ ਹੋਏ, ਮੇਰੇ ਤੋਂ ਕੋਈ ਲਫ਼ਜ਼ ਵਾਧਾ ਘਾਟਾ ਨਿਕਲੇ, ਮੈਂ ਸੰਗਤ ਬਖਸ਼ਣਯੋਗ ਹੈ। ਤੁਸੀਂ ਸਾਰੇ ਜਿਹੜੇ ਹੋ, ਮੈਂ ਤੁਹਾਨੂੰ ਵੀ ਕਹਾਂਗਾ ਮੇਰੇ ਛੋਟੇ ਵੀਰ ਹੋ, ਤੁਸੀਂ ਸਾਰੇ ਆਏ ਹੋ। ਮੈਂ ਬਿਲਕੁਲ ਅਨਪਲੈਨਡ ਤਰੀਕੇ ਨਾਲ ਪਹੁੰਚਿਆ ਸ਼ਾਮੀ। ਮੈਂ 1-2 ਦਿਨ ਬਾਅਦ ਆਣਾ ਸੀ, ਲੇਕਿਨ ਕੁਝ ਐਸੀਆਂ ਹਾਲਾਤ ਬਣੇ ਕਿ ਮੈਨੂੰ ਅੱਜ ਹੀ ਆਣਾ ਪਿਆ ਸ਼ਾਮ ਨੂੰ। ਬਿਲਕੁਲ। ਔਰ ਮੈਂ ਜਿਸਲੇ ਆਇਆ ਕਾਫੀ ਲੋਕ ਘਰ ਆ ਕੇ ਬੈਠੇ ਹੋਏ ਸੀ, ਤੇ ਮੈਂ ਕਿਸੇ ਵੀ ਸਾਰੇ ਸਾਥੀ ਜਿਹੜੇ ਨੇ ਸਾਰਿਆਂ ਨੂੰ ਇੱਕ ਵਾਰੀ ਇਹੀ ਗੱਲ ਕਹਿੰਦਾ ਹੋਇਆ ਕਿ ਬਈ ਕਿਹਦੇ ਅਲਫਾਜ਼ਾਂ ਦੇ ਹੇਰ-ਫੇਰ 'ਚ ਕਿਸੇ ਦਾ ਕੋਈ ਦਿਲ ਨੂੰ ਕੋਈ ਗੱਲ ਲੱਗ ਜਾਏ, ਮੈਂ ਮਾਫੀ ਦਾ ਖਾਸ਼ ਕਰਾਂ। ਲੇਕਿਨ ਜਜ਼ਬਾਤੀ ਹਾਂ ਤੇ ਮੇਰਾ ਕਿਸੇ ਵੀ ਪਾਰਟੀ ਦਾ ਮੈਂ ਕੋਈ ਵਿਰੋਧਤਾ ਨਹੀਂ ਕਰਦਾ। ਮੈਂ ਆਪਣੀ ਜ਼ਿੰਮੇਵਾਰੀ ਲੈਣ ਲੱਗਾ। ਮੈਂ ਜ਼ਿੰਮੇਵਾਰੀ ਲੈਂਦਾ ਆਪਣੀ ਜ਼ਾਤੀ ਖੁਦ ਬਜ਼ਾਤੇ ਖੁਦ। ਔਰ ਉਸ ਗੁਰੂ ਰਾਮਦਾਸ ਦੀ ਹਜ਼ੂਰੀ 'ਚ, ਉਸ ਗੁਰੂ ਰਾਮਦਾਸ ਦੀ ਨਗਰੀ ਦੀ ਹਜ਼ੂਰੀ 'ਚ ਜਾ ਕੇ ਵੀ ਇਹੀ ਪ੍ਰਣ ਕਰਨਾ, ਗੁਰੂ ਰਾਮਦਾਸ ਮੈਨੂੰ ਤਾਕਤ ਬਖਸ਼ੇ ਕਿ ਮੈਂ ਲੋਕਾਂ ਦੇ ਮੁੱਦਿਆਂ ਨੂੰ ਉਠਾ ਸਕਾਂ ਔਰ ਉਹਨਾਂ ਨੂੰ ਹੱਲ ਕਰ ਸਕਾਂ। ਔਰ ਗੁਰੂ ਮਹਾਰਾਜ ਬਖਸ਼ੇ, ਮੇਰਾ ਗੁਰੂ ਰਾਮਦਾਸ ਬਖਸ਼ੇ, ਉਹੀ ਤਰਸ ਖਾਏ ਜਿਸਨੇ ਅੱਗੇ ਤਰਸ ਖਾਦਾ, ਉਹੀ ਅੱਗੇ ਤਰਸ ਖਾਏ ਕਿ ਮੈਨੂੰ ਸਿੱਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਤਜਿੰਦਰ ਸਿੰਘ ਜੀ ਤਰਨਜੀਤ, ਜਿਨ੍ਹਾਂ ਦੀ ਆਪ ਜੀ ਨੇ ਸਾਰੀ ਗੱਲਬਾਤ ਸੁਣੀ ਹੈ। ਆਪਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸਿੱਖ ਚਿਹਰੇ ਦੀ ਗੱਲਬਾਤ ਅੱਗੇ ਲੈ ਕੇ ਸਮਝ ਚੁੱਕੇ ਹਾਂ। ਦਾ ਮਕਸਦ ਇੰਡੀਆ ਦੇ ਸਾਹਮਣੇ ਕਿ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਸੀਟਸ ਰਿਜ਼ਰਵ ਹੋਣੀ ਚਾਹੀਦੀਆਂ। ਜਦੋਂ ਸਾਡਾ ਸਿੱਖ ਚਿਹਰਾ ਆਇਆ, ਕਿਉਂ ਸਾਡੀ ਪੰਜਾਬੀ ਨਾਲ ਇਹਨਾਂ ਵਿਤਕਰਾ ਕੀਤਾ? ਕਿਉਂ ਤੁਸੀਂ ਪੰਜਾਬੀ ਲਾਗੂ ਨਹੀਂ ਕੀਤੀ? ਕਿਉਂ ਤੁਹਾਨੂੰ ਅਗਰ ਦੋ ਤੁਸੀਂ ਕਸ਼ਮੀਰੀ ਕੱਟ ਕੇ ਸਿੱਖਾਂ ਨੂੰ ਦੇ ਦਿਓ? ਕਿਆ ਕਸ਼ਮੀਰ ਤੋਂ ਸਿੱਖ ਨਹੀਂ ਉੱਠ ਕੇ ਆਏ? ਤੁਸੀਂ ਕਸ਼ਮੀਰੀ ਸਿੱਖਾਂ ਵਾਸਤੇ ਹੀ ਕਰ ਦਿਓ, ਲੇਕਿਨ ਕਰ ਦਿਓ। ਅਗਰ ਕਸ਼ਮੀਰ ਦੇ ਪੰਡਤਾਂ ਵਾਸਤੇ ਕਰਨੀ ਹੈ, ਤੁਸੀਂ ਕਸ਼ਮੀਰ ਦੇ ਸਿੱਖਾਂ ਵਾਸਤੇ ਕਰ ਦਿਓ। ਮੈਂ ਤੇ ਇਸੇ ਹੱਦ ਤੱਕ ਜਾਣ ਲਓ। ਮੇਰੇ ਰਿਫਿਊਜੀਆਂ ਦੀ ਸੀਟ ਸੀ ਇੱਕ, ਉਹ ਨਹੀਂ ਤੁਸੀਂ ਦਿੱਤੀ। ਉਹ ਪੂਰਾ ਛੰਬ ਦੀ ਇੱਕ ਸੀਟ ਸੀ। ਤੁਸੀਂ ਜ਼ਿਲ੍ਹੇ ਦੇਖੋ, ਪੁਰਾਣੀ ਹਿਸਟਰੀ ਚੁੱਕੋ, ਛੰਬ ਇੱਕ ਸੀਟ ਸੀ, ਲੇਕਿਨ ਜਦੋਂ ਛੰਬ ਉੱਥੇ ਪਾਕਿਸਤਾਨ ਕੋਲ ਚਲਾ ਗਿਆ, ਉਹ ਛੰਬ ਸੀਟ ਹੀ ਖਾ ਗਈ। ਪੂਰੀ ਜਿਹੜੀ ਹੈ ਸਿਆਸਤ ਉਸ ਨੂੰ ਖਾ ਹੀ ਗਈ। ਅੱਜ ਦਿਨ ਤੱਕ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਤੇ ਇਸ ਕਰਕੇ ਮੈਂ ਚਾਹੁੰਦਾ ਕਿ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਉਸ ਗੁਰੂ ਮਹਾਰਾਜ ਤੋਂ ਥੱਲੇ ਕਿਸੇ ਤੋਂ ਨਹੀਂ ਡਰਨਾ। ਨਾ ਮੇਰੇ ਗੁਰੂ ਦਾ ਫਲਸਫਾ ਹੈ, ਨਾ ਕਿਸੇ ਤੋਂ ਭੈ ਦੇਣਾ ਤੇ ਨਾ ਕਿਸੇ ਦਾ ਭੈ ਸਹਿਣਾ। ਇਸ ਕਰਕੇ ਆਓ ਸਾਰੇ ਇਕੱਠੇ ਹੋ ਕੇ ਇੱਕ ਰਸਤੇ ਤੇ ਚੱਲਣਾ ਤੇ ਆਪਣੀਆਂ ਡਿਮਾਂਡਾਂ ਵਾਸਤੇ ਆਪਣੀਆਂ ਪਾਰਟੀਆਂ ਨੂੰ ਬਰਤਰਫ ਕਰਕੇ ਆਪਣੀ ਆਪਣੀ ਪਾਰਟੀ 'ਚ ਆਵਾਜ਼ ਚੁੱਕੋ, ਤਾਂ ਕਿ ਅਸੀਂ ਇਸ ਸਾਡਾ ਜਿਹੜਾ ਮੁੱਦਾ ਹੈ ਉਹ ਪੂਰਾ ਹੋ ਸਕਣਾ। ਪਾਰਟੀਆਂ ਮੈਂ ਨਹੀਂ ਕਹਾਂਗਾ ਕਿ ਤੁਸੀਂ ਮੇਰੇ ਨਾਲ ਆਓ, ਪਰ ਜਿੱਥੇ ਜਿੱਥੇ ਆਓ ਆਪਣੀ ਆਵਾਜ਼ ਚੁੱਕੋ ਬੁਲੰਦੀ ਨਾਲ। ਮੈਂ ਜਿਸ ਤਰ੍ਹਾਂ ਅੱਜ ਤੁਹਾਨੂੰ ਕਹਿਣਾ ਡੰਕੇ ਦੀ ਚੋਟ ਤੇ ਨਹੀਂ ਲਾਗੂ ਕਰ ਸਕਾਂਗਾ। ਤੁਸੀਂ ਇਸੇ ਜਗ੍ਹਾ ਤੇ ਦੇਖਣਾ ਮੈਨੂੰ। ਹੌਂਤ ਚੈਨਲ ਵਾਲਿਆਂ ਨੂੰ ਮੈਂ ਕਹਿਣਾਗਾ ਤੁਸੀਂ ਦੁਬਾਰਾ ਆਇਓ, ਉਸੇ ਵੇਲੇ ਤੁਹਾਨੂੰ ਦੱਸਾਂਗਾ। ਮਹਾਰਾਜ ਗੁਰੂ ਰਾਮਦਾਸ ਬਖਸ਼ੇ, ਮੈਂ ਉਸ ਅੰਦਰ ਇੱਕ ਵਾਰੀ ਉਸ ਵਿਧਾਨ ਸਭਾ ਦੇ ਅੰਦਰ ਪਹੁੰਚਾਂ, ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲਾਗੂ ਕਰਵਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਪ੍ਰਾਊਡ ਫੀਲ ਵੀ ਹੁੰਦਾ ਜਦੋਂ ਐਸੇ ਸਿੱਖ ਚਿਹਰੇ ਨੂੰ ਆਪ ਜੀ ਤੱਕ ਲੈ ਕੇ ਆਉਂਦੇ ਆ। ਔਰ ਯਕੀਨੀ ਤੌਰ ਤੇ ਰਿਕਾਰਡਡ ਹੈ ਹੁਣ ਚੈਨਲ ਦੇ ਉੱਤੇ, ਜੋ ਵੀ ਇਹਨਾਂ ਨੇ ਗੱਲਾਂ ਕਹੀਆਂ ਹੈਗੀਆਂ ਨੇ, ਆਪਾਂ ਸਾਰਿਆਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਈ ਹੈ। ਔਰ ਆਸ ਔਰ ਉਮੀਦ ਕੀ ਰੱਖੀ ਹੈ ਆਪਣੇ ਪਰਿਵਾਰ ਦੀ, ਕਿ ਉਹ ਕੀ ਚਾਹੁੰਦੇ ਹਨ। ਪੰਜਾਬੀ ਭਾਸ਼ਾ ਜਿਹੜੀ ਮਾਈਨੋਰਿਟੀ ਦੀ ਕੋਈ ਵੀ ਅਗਰ ਹੋਂਦ ਹੁੰਦੀ ਹੈ ਨਾ, ਉਹਨੂੰ ਵਧਾਇਆ ਜਾਂਦਾ, ਨਾ ਕਿ ਉਹਨੂੰ ਡੀਲਿਮਿਟ ਕੀਤਾ ਜਾਂਦਾ ਹੈ, ਉਹਨੂੰ ਖਤਮ ਕੀਤਾ ਜਾਂਦਾ, ਉਹਨੂੰ ਵਧਾਇਆ ਜਾਂਦਾ। ਉਸਦੇ ਫਲਸਫੇ ਨੂੰ, ਉਸਦੇ ਆਪਸੀ ਜਿਹੜੇ ਭਾਈਚਾਰਕ ਸਾਂਝ ਉਹਨੂੰ ਹੋਰ ਵਧਾਇਆ ਜਾਂਦਾ, ਤਾਂ ਕਿ ਉਹਦੀ ਜਿਹੜਾ ਕਲਚਰ ਹੈ ਉਹ ਹੋਰ ਅੱਗੇ ਨੂੰ ਵੱਧ ਸਕੇ। ਆਪਾਂ ਇਹੀ ਉਮੀਦ ਨਾਲ ਤੁਹਾਡੇ ਤੋਂ ਅਲਵਿਦਾ ਮੰਗਾਂਗੇ ਕਿ ਜਿੱਦਾਂ ਤੁਹਾਡਾ ਅਗਰ ਅਕਾਲ ਪੁਰਖ ਤੁਹਾਡੇ ਤੇ ਮਿਹਰ ਕਰਦੇ ਹਨ, ਜਿਹੜੀ ਤੁਸੀਂ ਵਿਸ਼ੇਸ਼ ਪਾਰਟੀ ਨੈਸ਼ਨਲ ਪਾਰਟੀ ਨੂੰ ਤੁਸੀਂ ਜੁਆਇਨ ਕੀਤਾ ਹੈ, ਜਦੋਂ ਤੁਸੀਂ ਉਸ ਪਾਰਟੀ ਦੇ ਵਿੱਚ ਆ ਜਾਂਦੇ ਹੋ ਜਾਂ ਤੁਹਾਨੂੰ ਮੈਂਡੇਟ ਦੇ ਦਿੰਦੀ ਹੈ ਜਨਤਾ, ਤੇ ਤੁਸੀਂ ਇਨ ਮੁੱਦਿਆਂ ਨੂੰ ਜਿਹੜੇ ਸਿੱਖ ਕੌਮ ਦੇ ਮੁੱਦੇ ਹੈਗੇ ਨੇ, ਤੁਸੀਂ ਵੀ ਵੱਧ ਚੜ ਕੇ ਉਹਨਾਂ ਨੂੰ ਅੱਗੇ ਰੱਖਣਾ, ਤਾਂ ਕਿ ਜੋ ਉਮੀਦ ਉਹ ਲਗਾ ਕੇ ਬੈਠੀ ਹੈ ਸੰਗਤ, ਉਹ ਵੀ ਵੱਧ ਤੁਹਾਡੇ ਨਾਲ ਜੁੜ ਸਕੇ, ਉਹ ਵੀ ਸੰਗਤ ਤੇ ਹੋਰ ਤੁਹਾਡਾ ਸਪੋਰਟ ਕਰ ਸਕੇ। ਆਪਾਂ ਇਹੀ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਕਮੈਂਟ ਔਰ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਆਪ ਜੀ ਦੇ ਕਹਿਣ ਤੇ ਹੀ ਰਾਤੀ 10 ਵਜੇ ਆਪਾਂ ਲਾਈਵ ਆਏ ਹਾਂ। ਕਿਉਂਕਿ ਮੈਂ ਵੀ ਕਠੂਆ ਨਿਕਲ ਚੁੱਕਿਆ ਸੀ, ਬੇਅੰਤ ਵੀਰ ਹੋਰੀ ਔਰ ਓਂਕਾਰ ਵੀਰ ਹੋਰੀ ਵੀ ਆਪਣੇ ਘਰਾਂ ਨੂੰ ਚਾਲੇ ਪਾ ਚੁੱਕੇ ਸਨ, ਆਪਣੇ ਰੁਝਾਨਾਂ ਦੇ ਵਿੱਚ ਬਿਜ਼ੀ ਸਨ ਕੰਮਕਾਜ ਦੇ। ਲੇਕਿਨ ਤੁਹਾਡੇ ਕਰਕੇ ਹੀ ਆਪ ਜੀ ਦੀ ਕਾਲ ਸਾਡੇ ਤੱਕ ਆਈਆਂ ਹੈਗੀਆਂ ਨੇ ਕਿ ਅਗਰ ਆਪਾਂ ਉਮੀਦ ਰੱਖਦੇ ਹਾਂ, ਡਿਮਾਂਡਸ ਰੱਖਦੇ ਹਾਂ ਕਿ ਸਿੱਖ ਚਿਹਰਾ ਅੱਗੇ ਆਉਣਾ ਚਾਹੀਦਾ, ਜਦ ਆਇਆ ਤੁਸੀਂ ਉਹਨਾਂ ਨੂੰ ਕਵਰ ਕਿਉਂ ਨਹੀਂ ਕਰ ਰਹੇ ਹੋ। ਆਪ ਜੀ ਲਈ ਆਪਾਂ ਆਏ ਹਾਂ ਔਰ ਇਹੀ ਉਮੀਦ ਕਰਕੇ ਆਏ ਹਾਂ ਕਿ ਆਪ ਜੀ ਤੱਕ ਬੇਝਿਜਕ ਹੋ ਕੇ ਹਰ ਇੱਕ ਗੱਲਬਾਤ ਤੁਹਾਡੇ ਤੱਕ ਰੱਖ ਸਕੀਏ। ਔਰ ਇਨ ਫਿਊਚਰ ਜਦੋਂ ਮੈਂਡੇਟ ਮਿਲਦਾ ਤਾਂ ਵੀ ਇਹਨਾਂ ਦੇ ਨਾਲ ਆ ਕੇ ਗੱਲਬਾਤ ਕਰਾਂਗੇ, ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ, ਆਪਸ ਕੋ ਜੋ ਜਾਣਾ ਨੀਚਾ ਸੋਈ ਗਣੀਆ ਸਭ ਤੋਂ ਉੱਚਾ। ਆਪਣੇ ਬੇਸਿਕ ਕਦੇ ਨਹੀਂ ਛੱਡਣੇ। ਵੀਰ ਜੀ ਹੋਰਾਂ ਨੇ ਵੀ ਕਿਹਾ ਤੇ ਆਪਾਂ ਵੀ ਆਪਣੀ ਸੰਗਤ ਨੂੰ ਹੀ ਕਹਿੰਦੇ ਆ, ਵੱਧ ਤੋਂ ਵੱਧ ਸ਼ੇਅਰ
ਔਰ ਕਮੈਂਟ ਦੇ ਰਾਹੀਂ ਆਪਣੇ ਸੁਝਾਅ ਜ਼ਰੂਰ ਭੇਜਣਾ। ਜੋ ਚੀਜ਼ ਆਪਾਂ ਪੁੱਛਣ ਤੋਂ ਅਸਮਰਥ ਰਹਿ ਗਏ ਆ, ਜ਼ਰੂਰ ਅੱਗੇ ਉਹਨੂੰ ਵੀ ਕੰਟੀਨਿਊ ਕਰਾਂਗੇ। ਆਪ ਜੀ ਦਾ ਵੀ ਤਹਿ ਦਿਲੋਂ ਪੂਰੀ ਹੋਣ ਚੈਨਲ ਦੇ ਪਰਿਵਾਰ ਵੱਲੋਂ ਧੰਨਵਾਦ ਕਰਨਾ ਕਿ ਆਪ ਜੀ ਨੇ ਇੰਨਾ ਲੰਬਾ ਸਫ਼ਰ ਕਰਨ ਦੇ ਬਾਅਦ ਵੀ ਜਿਹੜਾ ਕੀਮਤੀ ਵਕਤ ਦਿੱਤਾ ਔਰ ਆਪਣੇ ਸੁਝਾਅ ਦਿੱਤੇ ਹੈਗੇ ਨੇ। 3 ਸੁਝਾਵਾਂ ਤੇ ਅਮਲੀ ਜਾਮਾ ਵੀ ਉਹ ਅਕਾਲ ਪੁਰਖ ਜ਼ਰੂਰ ਪਾਣਗੇ ਜਦੋਂ ਤੁਹਾਡੀ ਇੰਟਰਨਲ ਬਲੀਫ ਹੋਣਗੇ। ਇਹੀ ਕਹਿੰਦਾ ਹੋਇਆ ਆਪ ਜੀ ਤੋਂ ਅਲਵਿਦਾ ਮੰਗਦਾ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।